ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ ਚੌਥੇ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਪੁਸ਼ਪਿੰਦਰ ਕੌਰ, ਮੈਂ ਭੁਪਿੰਦਰ ਸਿੰਘ ਭਾਈਖੇਲ। ਇਸ ਅੰਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਥੇ ਪੰਨੇ 'ਚ ਦਰਜ ਬਾਣੀ ਅਰਥਾਤ ਜਪਜੀ ਸਾਹਿਬ ਦੀਆਂ 18ਵੀਂ ਤੋਂ 21ਵੀਂ ਪੌੜੀ ਤੱਕ ਦੇ ਅਰਥ ਸਮਝਾਂਗੇ। ਪਿੱਛੇ ਅਸੀਂ ਜਾਣਿਆ ਕਿ ਗੁਰੂ ਤੋਂ ਪ੍ਰਾਪਤ ਦਾਤ ਦੇ ਸਦਕੇ ਹੀ ਮਨੁੱਖ ਨਾਮ ਵਿੱਚ ਸੁਰਤੀ ਜੋੜ ਕੇ ਮਾਇਆ ਦੀ ਮਾਰ ਤੋਂ ਉੱਪਰ ਉੱਠ ਜਾਂਦਾ ਹੈ। ਪ੍ਰਭੂ ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿੱਚ ਚਾਨਣ ਕਰ ਦਿੰਦੀ ਹੈ। ਉਸ ਨੂੰ ਸਾਰੇ ਸੰਸਾਰ ਵਿੱਚ ਪਰਮਾਤਮਾ ਹੀ ਦਿਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਪੈਂਦੀਆਂ ਤੇ ਨਾ ਹੀ ਮੌਤ ਡਰਾ ਸਕਦੀ ਹੈ। ਪ੍ਰਭੂ ਦੀ ਲਗਨ ਲੱਗ ਜਾਣ ਨਾਲ ਸਿਮਰਨ ਰੂਪੀ ਧਰਮ ਨਾਲ ਗੂੜਾ ਸੰਬੰਧ ਬਣ ਜਾਂਦਾ ਹੈ। ਕੋਈ ਰੁਕਾਵਟ ਉਸ ਨੂੰ ਥਿੜਕਾ ਨਹੀਂ ਸਕਦੀ। ਇੱਧਰ ਉੱਧਰ ਦੀਆਂ ਪਗਡੰਡੀਆਂ ਉਸ ਨੂੰ ਕੁਰਾਹੇ ਨਹੀਂ ਪਾ ਸਕਦੀਆਂ। ਪ੍ਰਭੂ ਦੀ ਲਗਨ ਦੀ ਬਰਕਤ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿਥ ਪਾਈ ਹੋਈ ਹੈ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਸਗੋਂ ਆਪਣੇ ਪਰਿਵਾਰ ਨੂੰ ਵੀ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਪਟਕਦੇ। ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ ਨੇ ਨਾਮ ਵਿੱਚ ਸੁਰਤੀ ਜੋੜੀ ਹੈ ਤੇ ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ। ਇਸ ਰਾਹ ਤੇ ਤੁਰ ਕੇ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਉਹਨਾਂ ਨੂੰ ਭਾਉਂਦਾ ਹੈ। ਇਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਉਂਦੇ ਹਨ। ਪਰ ਇਸ ਬੰਦਗੀ ਦਾ ਇਹ ਮਤਲਬ ਇਹ ਨਹੀਂ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਉਸ ਦੀ ਸ੍ਰਿਸ਼ਟੀ ਵੀ ਬੇਅੰਤ ਹੈ। ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ। ਸ੍ਰਿਸ਼ਟੀ ਦੇ ਲੇਖੇ ਦੀ ਗੱਲ ਤਾਂ ਦੂਰ ਦੀ ਹੈ। ਜੇਕਰ ਅਸੀਂ ਜਗਤ ਵਿੱਚ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੀਏ ਜੋ ਜਪ ਤਪ ਪੂਜਾ ਧਾਰਮਿਕ ਪੁਸਤਕਾਂ ਦਾ ਪਾਠ ਯੋਗ ਸਮਾਧੀ ਆਦਿਕ ਭਲੇ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਵੀ ਇਹ ਲੇਖਾ ਜੋਖਾ ਮੁੱਕਣ ਜੋਗਾ ਨਹੀਂ। ਹੁਣ ਇਸੇ ਲੜੀ ਵਿੱਚ ਅਗਲੀਆਂ ਦੋ ਹੋਰ ਪੌੜੀਆਂ ਵੀ ਹਨ। ਆਓ ਸੁਣਦੇ ਹਾਂ। असंख मूर्ख अंधकोर, असंख चोर हराम खोर, असंख अमर कर जाहे जोर। ਪਦ ਅਰਥ ਮੂਰਖ ਅੰਧ ਘੋਰ, ਪਰਲੇ ਦਰਜੇ ਦੇ ਮੂਰਖ ਮਹਾਮੂਰਖ, ਹਰਾਮਖੋਰ ਪਰਾਇਆ ਮਾਲ ਖਾਣ ਵਾਲੇ, ਅਮਰ ਹੁਕਮ ਜ਼ੋਰ ਧੱਕੇ ਵਧੀਕੀਆਂ, ਕਰ ਜਾਹੇ ਕਰਕੇ ਅੰਤ ਨੂੰ ਇਸ ਸੰਸਾਰ ਤੋਂ ਜਾਹੇ ਚਲੇ ਜਾਂਦੇ ਹਨ। ਅਰਥ ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿੱਚ ਅਨੇਕਾਂ ਹੀ ਮਹਾਮੂਰਖ ਹਨ, ਅਨੇਕਾਂ ਹੀ ਚੋਰ ਹਨ ਜੋ ਪਰਾਇਆ ਮਾਲ ਚੁਰਾ ਕੇ ਵਰਤ ਰਹੇ ਹਨ ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ ਜੋ ਦੂਜਿਆਂ ਉੱਤੇ ਹੁਕਮ ਤੇ ਵਧੀਕੀਆਂ ਕਰ ਕਰਕੇ ਅੰਤ ਨੂੰ ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਪਦ ਅਰਥ ਗਲਵੜ ਗਲ ਵੱਢਣ ਵਾਲੇ ਕਾਤਲ ਖੂਨੀ ਮਨੁੱਖ, ਹੱਤਿਆ ਕਮਾਏ ਦੂਜਿਆਂ ਦਾ ਗਲ ਵੱਢਦੇ ਹਨ, ਪਾਪ ਕਰ ਜਾਏ ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ। ਅਰਥ ਅਨੇਕਾਂ ਹੀ ਖੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ ਆਖਰ ਇਸ ਦੁਨੀਆ ਤੋਂ ਤੁਰ ਜਾਂਦੇ ਹਨ। ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲਪਖ ਖਾਹੇ। ਪਦ ਅਰਥ ਕੁੜਿਆਰ ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਵਿੱਚ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਅ ਵਾਲੇ ਮਨੁੱਖ ਕੂੜੇ ਕੂੜ ਵਿੱਚ ਹੀ ਫਿਰਾਹੇ ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ। ਮਲੇਛ ਮਲੀਨ ਮਤ ਵਾਲੇ ਖੋਟੀ ਬੁੱਧੀ ਵਾਲੇ ਮਨੁੱਖ ਖਾਹੇ ਖਾਂਦੇ ਹਨ, ਭਖ ਖਾਹੇ ਹੰਬੜਿਆਂ ਵਾਂਗੂ ਖਾਈ ਜਾਂਦੇ ਹਨ। ਭਖ ਅਤੇ ਖਾਹੇ ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ ਖਾਣਾ। ਤੀਜੀ ਪੌੜੀ ਵਿੱਚ ਵੀ ਇਹੋ ਜਿਹੀ ਖਾਹੀ ਖਾਹੇ ਸੰਯੁਕਤ ਕਿਰਿਆ ਆ ਚੁੱਕੀ ਹੈ। ਅਰਥ ਅਨੇਕਾਂ ਹੀ ਝੂਠ ਬੋਲਣ ਦੇ ਸੁਭਾਅ ਵਾਲੇ ਮਨੁੱਖ ਝੂਠ ਵਿੱਚ ਹੀ ਰੁੱਝੇ ਪਏ ਹਨ ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ ਭਾਵ ਅਖਾਜ ਹੀ ਖਾਈ ਜਾ ਰਹੇ ਹਨ। ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਪਦ ਅਰਥ ਸਿਰ ਆਪਣੇ ਸਿਰ ਉੱਤੇ, ਸਿਰ ਕਰਹਿ ਭਾਰ ਆਪਣੇ ਸਿਰ ਉੱਤੇ ਭਾਰ ਚੁੱਕਦੇ ਹਨ। ਨਾਨਕ ਨੀਚ ਇਸ ਤੁਕ ਵਿੱਚ ਸ਼ਬਦ ਨਾਨਕ ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ ਨੀਚ ਵਿਸ਼ੇਸ਼ਣ ਹੈ ਅਤੇ ਪੁਲਿੰਗ ਹੈ। ਉਂਝ ਵੀ ਸ਼ਬਦ ਨਾਨਕ ਦੇ ਨਾਲ ਹੀ ਵਰਤਿਆ ਗਿਆ ਹੈ, ਸੋ ਨੀਚ ਸ਼ਬਦ ਨਾਨਕ ਦਾ ਵਿਸ਼ੇਸ਼ਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ ਨੀਚ ਆਖਦੇ ਹਨ। ਨਾਨਕ ਨੀਚ
अर्थात नीच नानक, नानक विचारा। अर्थ अनेਕਾਂ ਹੀ ਨਿੰਦਾ ਕਰ ਕਰਕੇ ਆਪਣੇ ਸਿਰ ਉੱਤੇ ਨਿੰਦਿਆ ਦਾ ਭਾਰ ਚੁੱਕ ਰਹੇ ਹਨ। हे ਨਿਰੰਕਾਰ, ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿੱਚ ਫਸੇ ਹੋਣਗੇ। ਮੇਰੀ ਕੀ ਤਾਕਤ ਹੈ ਕਿ ਤੇਰੀ ਕੁਦਰਤ ਦੀ ਪੂਰਨ ਵਿਚਾਰ ਕਰ ਸਕਾਂ। ਨਾਨਕ ਵਿਚਾਰਾ ਤਾਂ ਇਹ ਉੱਪਰਲੀ ਤੁੱਛ ਜਹੀ ਵਿਚਾਰ ਪੇਸ਼ ਕਰਦਾ ਹੈ। वारिया न जावा एक बार जो तुध पावे साई पलिकार तू सदा सलामत निरंकार। ਅਰਥ ਹੈ ਅਕਾਲ ਪੁਰਖ, ਮੈਂ ਤਾਂ ਤੇਰੇ ਉੱਤੇ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ। ਭਾਵ ਮੈਂ ਤੇਰੀ ਬੇਅੰਤ ਕੁਦਰਤ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ। हे ਨਿਰੰਕਾਰ, ਤੂੰ ਸਦਾ ਸਥਿਰ ਰਹਿਣ ਵਾਲਾ ਹੈ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ। ਭਾਵ ਤੇਰੀ ਰਜ਼ਾ ਵਿੱਚ ਹੀ ਰਹਿਣਾ ਠੀਕ ਹੈ। ਤੇਰੀ ਸਿਫਤ ਸਲਾਹ ਕਰਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿੱਚ ਰਹੀਏ। ਭਾਵ ਪਰਮਾਤਮਾ ਦੀ ਸਾਰੀ ਕੁਦਰਤ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ। ਜੇ ਆਪਾਂ ਜਗਤ ਤੇ ਸਿਰਫ ਚੋਰ, ਧਾੜਵੀ, ਠੱਗ, ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਉਣ ਲੱਗੀਏ ਤਾਂ ਵੀ ਇਹਨਾਂ ਦਾ ਵੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿੱਚ ਹੀ ਗਸੇ ਚਲੇ ਆ ਰਹੇ ਹਨ। असंख नाव असंख थाव अगम अगम असंख लो असंख कहे सिर पार होए। ਪਦ ਅਰਥ ਨਾਵ, ਕੁਦਰਤ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ ਨਾਮ। ਅਗਮ, ਜਿਸ ਤਾਈਂ ਕਿਸੇ ਦੀ ਪਹੁੰਚ ਨਾ ਹੋ ਸਕੇ। ਲੋ, ਲੋਕ, ਭਵਨ। ਅਸੰਖ ਲੋ, ਅਨੇਕਾਂ ਹੀ ਭਵਨ, ਅਨੇਕਾਂ ਹੀ ਲੋਕ। ਕਹਿ, ਕਹਿੰਦੇ ਹਨ, ਆਖਦੇ ਹਨ। ਸਿਰ, ਉਹਨਾਂ ਦੇ ਸਿਰ ਉੱਤੇ ਹੋਏ ਹੁੰਦਾ ਹੈ। ਅਰਥ ਕੁਦਰਤ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ ਉਹਨਾਂ ਦੇ ਥਾਂ ਟਿਕਾਣੇ ਹਨ। ਕੁਦਰਤ ਵਿੱਚ ਅਸੰਖਾਂ ਹੀ ਭਵਨ ਹਨ ਜਿਨ੍ਹਾਂ ਤੱਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। ਪਰ ਜੋ ਮਨੁੱਖ ਕੁਦਰਤ ਦਾ ਲੇਖਾ ਕਰਨ ਵਾਸਤੇ ਸ਼ਬਦ ਅਸੰਖ ਵੀ ਆਖਦੇ ਹਨ, ਉਹਨਾਂ ਦੇ ਸਿਰ ਉੱਤੇ ਵੀ ਭਾਰ ਹੁੰਦਾ ਹੈ। ਭਾਵ ਉਹ ਵੀ ਭੁੱਲ ਕਰਦੇ ਹਨ ਅਸੰਖ ਸ਼ਬਦ ਵੀ ਕਾਫੀ ਨਹੀਂ ਹੈ। अखरी नाम अखरी साला अखरी ज्ञान गीत गुणगा अखरी लिखन बोलन बाण अखरा सिर संजोग वखाण जिन नह लिखे ते सिर नाहे जे फरमाए तिव तिव पाहे। ਪਦ ਅਰਥ ਅਖਰੀ, ਅੱਖਰਾਂ ਦੇ ਰਾਹੀਂ। ਸਲਾਹ, ਸਿਫਤ। ਗੁਣਗਾਹ, ਗੁਣਾਂ ਦੇ ਗਾਹੁਣ ਵਾਲੇ, ਮਤਲਬ ਗੁਣਾਂ ਦੇ ਵਾਕਫ। ਬਾਣ, ਲਿਖਣ, ਬਾਣੀ ਦਾ ਲਿਖਣਾ। ਬਾਣ ਯਾਨੀ ਬਾਣੀ, ਬੋਲੀ। ਬਾਣ, ਬੋਲਣ, ਬਾਣੀ ਅਰਥਾਤ ਬੋਲੀ ਦਾ ਬੋਲਣਾ। ਅੱਖਰਾ ਸਿਰ, ਅੱਖਰਾਂ ਦੇ ਰਾਹੀਂ ਹੀ। ਸੰਜੋਗ ਯਾਨੀ ਭਾਗਾਂ ਦਾ ਲੇਖ। ਵਖਾਣ, ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਜਿਸ ਅਕਾਲ ਪੁਰਖ ਨੇ ਇਹ ਸੰਜੋਗ ਦੇ ਇਹ ਅੱਖਰ, ਤਿਸ ਸਿਰ ਉਸ ਅਕਾਲ ਪੁਰਖ ਦੇ ਮੱਥੇ ਉੱਤੇ ਨਾਹੇ ਕੋਈ ਲੇਖ ਨਹੀਂ ਹੈ। ਜਿਵ ਯਾਨੀ ਜਿਸ ਤਰ੍ਹਾਂ। ਫਰਮਾਏ, ਅਕਾਲ ਪੁਰਖ ਹੁਕਮ ਕਰਦਾ ਹੈ, ਫਰਮਾਉਂਦਾ ਹੈ। ਤਿਵ ਤਿਵ, ਉਸੇ ਤਰ੍ਹਾਂ। ਪਾਹੇ, ਜੀਵ ਪਾ ਲੈਂਦੇ ਹਨ, ਭੋਗਦੇ ਹਨ। ਅਰਥ ਭਾਵੇਂ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਫ਼ਜ਼ ਅਸੰਖ ਤਾਂ ਕਿਤੇ ਰਿਹਾ, ਕੋਈ ਵੀ ਸ਼ਬਦ ਕਾਫੀ ਨਹੀਂ ਹੈ। ਪਰ ਅਕਾਲ ਪੁਰਖ ਦਾ ਨਾਮ ਵੀ ਅੱਖਰਾਂ ਦੀ ਰਾਹੀਂ ਹੀ ਲਿਆ ਜਾ ਸਕਦਾ ਹੈ। ਉਸ ਦੀ ਸਿਫਤ ਸਲਾਹ ਵੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ ਦੀ ਰਾਹੀਂ ਹੀ ਵਿਚਾਰਿਆ ਜਾ ਸਕਦਾ ਹੈ। ਅੱਖਰਾਂ ਦੇ ਰਾਹੀਂ ਹੀ ਉਸ ਦੇ ਗੀਤ ਅਤੇ ਗੁਣਾਂ ਦਾ ਵਾਕਫ ਹੋ ਸਕੀਦਾ ਹੈ। ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। ਇਸ ਕਰਕੇ ਸ਼ਬਦ ਅਸੰਖ ਵਰਤਿਆ ਗਿਆ ਹੈ। ਉਂਝ ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਜੋਗ ਦੇ ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ। ਭਾਵ ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ। ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਹਨ। जेता कीता तेता नाओ विनावे नहीं को थाओ। पद अर्थ जेता अर्थात जितना। कीता, पैदा कीता होया संसार। जेता कीता, ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ, ਉਹ ਸਾਰਾ ਉਤਨਾ ਹੀ। ਨਾਉ, ਨਾਮ, ਰੂਪ, ਸਰੂਪ। ਇੱਥੇ ਨਾਮ ਤੇ ਗੁਣ ਅਤੇ ਮੂਰਤ ਦੇ ਗੁਣ, ਇਹ ਦੋਵੇਂ ਮਤਲਬ ਇਕੱਠੇ ਹੀ ਹਨ। ਨਾਮ ਆਪਣੇ ਆਪ ਵਿੱਚ ਸਰੂਪ ਹੈ ਤੇ ਗੁਣ ਵੀ ਹੈ। ਕਿਵੇਂ? ਜਿਵੇਂ ਜੇ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ਨਾਮ ਰੱਖਦੇ ਹਾਂ ਤਾਂ ਉਸ ਦਾ ਸਰੂਪ ਯਾਨੀ ਸ਼ਕਲ ਵੀ ਨਿਯਤ ਕਰ ਲੈਂਦੇ ਹਾਂ। ਜਦੋਂ ਉਹ ਨਾਮ ਲੈਂਦੇ ਹਾਂ ਤਾਂ ਉਸ ਹਸਤੀ ਦਾ ਸਰੂਪ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਵਿਣ ਨਾਵੇ, ਨਾਮ ਤੋਂ ਬਿਨਾ, ਨਾਮ ਤੋਂ ਖਾਲੀ। ਇਹ ਸਾਰਾ ਸੰਸਾਰ
ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ। ਇਹੋ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖਾਲੀ ਨਹੀਂ ਹੈ। ਭਾਵ ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿਸਦਾ ਹੈ। ਸ੍ਰਿਸ਼ਟੀ ਦਾ ਜ਼ਰਾ ਜ਼ਰਾ ਅਕਾਲ ਪੁਰਖ ਦਾ ਸਰੂਪ ਹੈ। कुदरत कौन का विचार, वार्या न जावा एक बार। जो तुझ पावे साई पलिकार, तू सदा सलामत निरंकार। ਪਦ ਅਰਥ ਕੁਦਰਤ ਕਵਣ। ਇੱਥੇ ਕੁਦਰਤ ਤੱਤੇ ਉੱਪਰ ਸਿਆਰੀ ਹੈ। ਇਹ ਸ਼ਬਦ ਵਿਚਾਰ ਰਰੇ ਥੱਲੇ ਓੰਕਾਰ, ਇਹ ਪੁਲਿੰਗ ਹੈ। ਸ਼ਬਦ ਕਵਣ ਕੁਦਰਤ ਦਾ ਵਿਸ਼ੇਸ਼ਣ ਹੈ। ਲਫ਼ਜ਼ ਕੁਦਰਤ ਦਾ ਅਰਥ ਹੈ ਸਮਰਥਾ, ਸ਼ਕਤੀ, ਤਾਕਤ। ਕੁਦਰਤ ਕਵਣ ਕਹਾ ਵਿਚਾਰ ਦਾ ਅਰਥ ਹੋਇਆ ਮੇਰੀ ਕੀ ਤਾਕਤ ਹੈ, ਮੈਂ ਵਿਚਾਰਾ ਨਾਨਕ ਕੀ ਵਿਚਾਰ ਕਰ ਸਕਦਾ। ਅਰਥ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਦੀ ਵਿਚਾਰ ਕਰ ਸਕਾਂ। ਹੇ ਅਕਾਲ ਪੁਰਖ, ਮੈਂ ਤਾਂ ਤੇਰੇ ਉੱਤੇ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ ਹਾਂ। ਭਾਵ ਮੇਰੀ ਹਸਤੀ ਬਹੁਤ ਹੀ ਤੁੱਛ ਹੈ। ਹੇ ਨਿਰੰਕਾਰ, ਤੂੰ ਸਦਾ ਸਥਿਰ ਰਹਿਣ ਵਾਲਾ ਹੈ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ। ਭਾਵ ਤੇਰੀ ਰਜ਼ਾ ਵਿੱਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ। ਭਾਵ ਭਲਾ ਕਿਤਨੀਆਂ ਧਰਤੀਆਂ ਤੇ ਕਿਤਨੇ ਜੀਵ ਪ੍ਰਭੂ ਨੇ ਰਚੇ ਹਨ। ਮਨੁੱਖਾਂ ਦੀ ਕਿਸੇ ਬੋਲੀ ਵਿੱਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ। ਬੋਲੀ ਵੀ ਰੱਬ ਵੱਲੋਂ ਇੱਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਰਫ ਸਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੇ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ, ਬੇਅੰਤ ਹੈ ਉਸ ਦੀ ਕੁਦਰਤ। ਇਸ ਵਿੱਚ ਜਿੱਧਰ ਤੱਕ ਉਹ ਆਪ ਹੀ ਆਪ ਮੌਜੂਦ ਹੈ। ਕੌਣ ਅੰਦਾਜ਼ਾ ਲਗਾ ਸਕਦਾ ਹੈ ਕਿ ਉਹ ਕਿੰਨਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ। ਸੋ ਅਸੀਂ ਜਾਣਿਆ ਕਿ ਕਾਦਰ ਦੀ ਇਸ ਕੁਦਰਤ ਵਿੱਚ ਅਨੇਕਾਂ ਹੀ ਜੀਵ ਜੰਤ, ਅਨੇਕਾਂ ਹੀ ਜਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ ਅਸੰਖ ਵਰਤਣਾ ਵੀ ਭੁੱਲ ਹੈ। ਪਰ ਜਿਤਨੀ ਵੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ। ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵੱਲ ਤੱਕੀਏ ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਦੇ ਅੱਗੇ ਲਿਆਉਂਦੀ ਹੈ। ਉਸ ਦਾ ਅਸੀਂ ਅੰਤ ਨਹੀਂ ਪਾ ਸਕਦੇ। ਬੰਦਗੀ ਕਰਕੇ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਬੰਦਗੀ ਦਾ ਮਕਸਦ ਕੀ ਹੈ। ਇਸ ਨੂੰ ਜਾਣਨ ਲਈ ਹੁਣ ਫਿਰ ਪਿੱਛੇ ਝਾਤੀ ਮਾਰਦੇ ਹਾਂ। ਪਹਿਲੀ ਪੌੜੀ ਵਿੱਚ ਅਸੀਂ ਪੜ੍ਹਿਆ ਸੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਹੀਂ। ਫਿਰ ਦੂਜੀ ਪੌੜੀ ਵਿੱਚ ਜ਼ਿਕਰ ਆਇਆ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਜਿਸ ਵਿੱਚ ਦੱਸਿਆ ਹੈ ਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖਾਸ ਨਿਯਮਾਂ ਅਰਥਾਤ ਹੁਕਮ ਵਿੱਚ ਹੀ ਚੱਲ ਰਹੀ ਹੈ। ਇਹਨਾਂ ਨਿਯਮਾਂ ਦਾ ਨਾਮ ਹੀ ਸਤਿਗੁਰੂ ਜੀ ਨੇ ਹੁਕਮ ਰੱਖਿਆ ਹੈ। ਇਹਨਾਂ ਦੋਵੇਂ ਤੁਕਾਂ ਵਿੱਚ ਨਿਹਿਤ ਖਿਆਲਾਂ ਨੂੰ ਅੱਗੇ ਇਸ ਆਉਣ ਵਾਲੀ 20ਵੀਂ ਪੌੜੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਹੁਕਮ ਕੀ ਹੈ, ਉਹ ਨਿਯਮ ਕੀ ਹਨ, ਇਹ ਵੀ ਸਪਸ਼ਟ ਕੀਤਾ ਹੈ। ਬੰਦਗੀ ਦਾ ਮਕਸਦ ਕੀ ਹੈ, ਕੀ ਹਨ ਉਸ ਦੇ ਲਾਭ। ਜਿਸ ਦੱਸਿਆ ਹੈ ਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖਾਸ ਨਿਯਮ ਅਰਥਾਤ ਹੁਕਮ ਵਿੱਚ ਚੱਲ ਰਹੀ ਹੈ। ਇਹਨਾਂ ਨਿਯਮਾਂ ਦਾ ਨਾਮ ਸਤਿਗੁਰੂ ਜੀ ਨੇ ਹੁਕਮ ਰੱਖਿਆ ਹੈ। ਇਹਨਾਂ ਦੋਵੇਂ ਤੁਕਾਂ ਵਿੱਚ ਨਿਹਿਤ ਖਿਆਲਾਂ ਨੂੰ ਅੱਗੇ 20ਵੀਂ ਪੌੜੀ ਵਿੱਚ ਵੀ ਸਪਸ਼ਟ ਕੀਤਾ ਗਿਆ ਹੈ। ਉਹ ਨਿਯਮ ਕੀ ਹਨ, ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬੰਦਗੀ ਦਾ ਮਕਸਦ ਕੀ ਹੈ, ਕੀ ਹਨ ਉਸ ਦੇ ਲਾਭ। ਭਰੀਏ ਹੱਥ ਪੈਰ ਧੰਦੇ, ਪਾਣੀ ਧੋਤਾ ਹੈ ਉਤਰਸ खे। पद अर्थ ਭਰੀਏ, ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨ ਯਾਨੀ ਸਰੀਰ, ਦੇਹ ਸ਼ਰੀਰ। ਪਾਣੀ ਧੋਤੇ, ਪਾਣੀ ਨਾਲ ਧੋਤਿਆਂ ਉਤਰਸ ਉਤਰ ਜਾਂਦੀ ਹੈ। ਖੇ ਯਾਨੀ ਮਿੱਟੀ, ਧੂੜ, ਮੈਲ। ਅਰਥ ਜੇ ਹੱਥ ਜਾਂ ਪੈਰ ਜਾਂ ਸਰੀਰ ਲਿਬੜ ਜਾਏ ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ। मूत पलीती कपड़ होए, दे साबुन लइए ओत होए। पद अर्थ पलीती, पलीत यानी गंदा। मूत पलीती, मूत्र नाल पलीता होया। कपड़ यानी कपड़ा। दे साबुन, साबुन ला के। लइए लाईदा है। ओह पलीत होया कपड़ा। लइए धोए, धो लईदा है। अर्थ जे कोई कपड़ा मूत्र नाल गंदा हो जाए ਤਾਂ साबुन ला के उसनू धो लईदा है। भरिए मत पापा के संग, वो तो पहनावे के रंग। पद अर्थ भरिए, जे भर जाए, जे मलीन हो जाए। मत बुद्धि, पापा के संग, पापां दे नाल। ਉਹ ਪਾਪ
ਧੋਪੇ ਧੁੱਪਦੇ ਹਨ ਤਾਂ ਧੋਤੇ ਜਾ ਸਕਦੇ ਹਨ, ਧੋਇਆ ਜਾ ਸਕਦਾ ਹੈ। ਰੰਗ ਪਿਆਰ ਨਾਲ, ਨਾਵੇ ਕੇ ਰੰਗ ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ। ਅਰਥ ਪਰ ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ। पुन्नी पापी अखर ना है, कर कर करना लिख ले जाहो, आपे बीज आपे ही खाहो, नानक हुक्मी आवो जाहो। पद अर्थ आखण यानी नाम वचन कहना, ना है नहीं है। कर कर करना आपो अपने कर्म कर करके जिहो जिहो कर्म करोगे। लिख लिख के तिहो जिहा लेखा लिख के, तिहो जिहे संस्कारां दा लेखा लिख के, तिहो जिहे संस्कार अपने मन विच उकर के लै जाओ, तू लै जाएगा, अपने नाल लै जाएगा, अपने मन विच परो लवेंगा। आपे आप ही बीज बीज के हुक्मी अकाल पुरख दे हुक्म विच आवो जाओ, आवेंगा ते जाएगा, जम्मेगा ते मरेगा, जन्म मरण विच पिया रहेगा। अर्थ हे नानक, पुण्य ਜਾਂ ਪਾਪ ਨਿਰਾ ਨਾਮ ਹੀ ਨਹੀਂ ਹੈ, ਭਾਵ ਨਿਰਾ ਕਹਿਣ ਮਾਤਰ ਨਹੀਂ ਹੈ। ਸੱਚਮੁੱਚ ਹੀ ਤੂੰ ਜਿਹੋ ਜਿਹਾ ਕਰਮ ਕਰੇਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਏਗਾ। ਜੋ ਕੁਝ ਤੂੰ ਬੀਜੇਗਾ ਉਸ ਦਾ ਫਲ ਆਪ ਹੀ ਖਾਏਗਾ। ਆਪਣੇ ਬੀਜੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਗਾ। ਭਾਵ ਇਸ ਪੌੜੀ ਵਿੱਚ ਸਪਸ਼ਟ ਹੈ ਕਿ ਬੰਦਗੀ ਪ੍ਰਭੂ ਦੀ ਰਚਨਾ ਦਾ ਅੰਤ ਪਾਉਣ ਵਾਸਤੇ ਨਹੀਂ, ਬਲਕਿ ਆਪਣੇ ਵਿਕਾਰਾਂ ਦੀ ਮੈਲ ਧੋ ਕੇ ਪ੍ਰਭੂ ਨਾਲ ਮਿਲਣ ਵਾਸਤੇ ਹੈ। ਇਹੀ ਉਸ ਦਾ ਹੁਕਮ ਹੈ, ਉਸ ਦਾ ਨਿਯਮ ਹੈ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਤਿਹੋ ਜਿਹਾ ਫਲ ਪਾਉਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹ ਜਿਹੇ ਹੀ ਚੰਗੇ ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਜਾਂ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ। ਮਾਇਆ ਦੇ ਪ੍ਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿੱਚ ਪੈ ਜਾਂਦਾ ਹੈ ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸ਼ੁੱਧ ਸਰੂਪ ਪਰਮਾਤਮਾ ਤੋਂ ਵਿਛੋੜ ਕੇ ਰੱਖਦੀ ਹੈ ਤੇ ਜੀਵ ਦੁਖੀ ਰਹਿੰਦਾ ਹੈ। ਲੇਕਿਨ ਨਾਮ ਸਿਮਰਨ ਹੀ ਇੱਕੋ ਇੱਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁੱਲ ਸਕਦੀ ਹੈ। तीर्थ तप दया दत्त दान, जे को पावे तिल का मान। पद अर्थ जे को पावे, जे कोई मनुख प्राप्त करे, जे किसी मनुख ਨੂੰ ਮਿਲ ਵੀ ਜਾਏ ਤਾਂ ਤਿਲ ਕਾ ਤਿਲ ਮਾਤਰ ਰੱਤਾ ਮਾਤਰ ਮਾਨ ਆਦਰ ਵਡਿਆਈ ਦਤ ਦਿੱਤਾ ਹੋਇਆ। ਅਰਥ ਤੀਰਥ ਯਾਤਰਾ, ਤਪਾਂ ਦੀ ਸਾਧਨਾ, ਜੀਆਂ ਤੇ ਦਇਆ ਕਰਨੀ, ਦਿੱਤਾ ਹੋਇਆ ਦਾਨ, ਇਹਨਾਂ ਕਰਮਾਂ ਦੇ ਵੱਟੇ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤਾਂ ਰਤਾ ਮਾਤਰ ਹੀ ਮਿਲਦੀ ਹੈ। सुनिया मन्या मन कीता पाओ, अंतर्गत तीर्थ मलनाओ। पद अर्थ सुनिया जिस मनुख ने अकाल पुरख ਦਾ ਨਾਮ ਸੁਣ ਲਿਆ ਹੈ, ਮੰਨਿਆ ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ ਮੰਨ ਗਿਆ ਹੈ, ਪਤੀਜ ਗਿਆ ਹੈ। ਮਨ ਨੰਨੇ ਨਾਲ ਸਿਆਰੀ ਮਨ ਵਿੱਚ ਭਾਵ ਕੀਤਾ ਜਿਸ ਨੇ ਪ੍ਰੇਮ ਕੀਤਾ ਹੈ। ਅੰਤਰਗਤ ਅੰਦਰਲਾ, ਤੀਰਥ ਤੀਰਥਾਂ ਉੱਤੇ, ਅੰਤਰਗਤ ਤੀਰਥ ਯਾਨੀ ਅੰਦਰਲੇ ਤੀਰਥ ਉੱਤੇ, ਮਲ ਯਾਨੀ ਮਲ ਮਲ ਕੇ ਚੰਗੀ ਤਰ੍ਹਾਂ ਤੇ ਨਾਉ ਇਸ਼ਨਾਨ ਕੀਤਾ ਹੈ। ਅਰਥ ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜੀ ਹੈ, ਜਿਸ ਦਾ ਮਨ ਨਾਮ ਵਿੱਚ ਪਤੀਜ ਗਿਆ ਹੈ ਅਤੇ ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ, ਉਸ ਮਨੁੱਖ ਨੇ ਮਾਨੋ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ। ਭਾਵ ਉਸ ਮਨੁੱਖ ਨੇ ਆਪਣੇ ਅੰਦਰ ਵਸ ਰਹੇ ਅਕਾਲ ਪੁਰਖ ਵਿੱਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾ ਲਈ ਹੈ। सब गुण तेरे में नाही कोय, बिन गुण कीते भगत ना होए। स्वस्थ आथ बाणी बरमाओ, सत सुहान सदा मन चाओ। पद अर्थ सब सारे, मैं नाही कोय, मैं कोई नहीं हाँ, मेरी कोई पाया नहीं है। विण गुण कीते, गुण पैदा करन तो बिना, जे तू गुण पैदा ना करें, जे तू अपने गुण मेरे विच उत्पन्न ना करें, ना होए नहीं हो सकती। सो सत तू सदा अटल रहें, भाव मैं तेरा ही आसरा लेना हाँ। बरमाओ ब्रह्मा, सत सदा थिर, सुहान सुभान सोना, मन चाओ मन विच खिड़ाओ, मन विच चाओ। अर्थ हे अकाल पुरख, जे तू आप अपने गुण मेरे विच पैदा ना करे ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ।
ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। हे ਨਿਰੰਕਾਰ, ਤੇਰੀ ਸਦਾ ਜੈ ਹੋਵੇ। ਤੂੰ ਆਪ ਹੀ ਮਾਇਆ ਹੈ, ਤੂੰ ਆਪ ਹੀ ਬਾਣੀ ਹੈ, ਤੂੰ ਆਪ ਹੀ ਬ੍ਰਹਮਾ ਹੈ। ਭਾਵ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੇਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ ਜੋ ਲੋਕਾਂ ਨੇ ਮਨ ਰੱਖੇ ਹਨ। ਤੂੰ ਸਦਾ ਥਿਰ ਹੈ, ਸੋਹਣਾ ਹੈ, ਤੇਰੇ ਮਨ ਵਿੱਚ ਸਦਾ ਖਿੜਾਓ ਹੈ। ਤੂੰ ਹੀ ਜਗਤ ਦਾ ਰਚਣ ਵਾਲਾ ਹੈ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ। कवन सोवेला वक्त कवन, कवन थित कवन वार, कवन सरुति माह कवन जित हुआ आकार। पद अर्थ वेला यानी समा, वक्त ਇਹ ਵੀ ਸਮਾਂ ਹੀ ਹੈ। ਵਕਤ, ਵਾਰ, ਸ਼ਬਦ ਵਾਰ ਦੋ ਰੂਪਾਂ ਵਿੱਚ ਵਰਤਿਆ ਗਿਆ ਹੈ। ਇੱਕ ਵਾਰ ਰਰਾ ਮੁਕਤਾ ਅਤੇ ਦੂਜਾ ਵਾਰ ਰਰੇ ਥੱਲੇ ਓਂਕਾਰ। ਵਾਰ ਮੁਕਤਾ ਰਾਰੇ ਵਾਲਾ ਇਸਤਰੀਲਿੰਗ ਹੈ ਜਿਸ ਦਾ ਅਰਥ ਹੈ ਵਾਰੀ, ਲੇਕਿਨ ਵਾਰ ਰਰੇ ਦੇ ਥੱਲੇ ਓਂਕਾਰ ਇਹ ਪੁਲਿੰਗ ਹੈ, ਇਸ ਦਾ ਅਰਥ ਹੈ ਦਿਨ, ਦਿਨਵਾਰ। ਇੱਕ ਹੋਰ ਵਾਰ ਹੈ ਰਰੇ ਤੋਂ ਉੱਪਰ ਸਿਆਰੀ। ਵਾਰ ਦਾ ਅਰਥ ਹੈ ਸਦਕੇ ਕਰਨਾ। ਇਸ ਹੁਣ ਥਿਤਵਾਰ ਯਾਨੀ ਚੰਦਰਮਾ ਦੀ ਚਾਲ ਤੋਂ ਥਿੱਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ ਏਕਮ, ਦੂਜ, ਤੀਜ ਆਦਿ, ਤੇ ਸੂਰਜ ਤੋਂ ਦਿਨ ਰਾਤ ਅਤੇ ਵਾਰ ਜਿਵੇਂ ਸੋਮ, ਮੰਗਲ ਆਦਿ। ਕਵਣ ਸਿਰੁੱਤੀ ਕਿਹੜੀਆਂ ਉਹ ਰੁੱਤਾਂ ਸਨ। ਮਾਹ ਮਹੀਨਾ, ਕਵਣ ਕਿਹੜਾ, ਜਿਤ ਜਿਸ ਵਿੱਚ, ਜਿਸ ਵੇਲੇ, ਹੁਆ ਹੋਂਦ ਵਿੱਚ ਆਇਆ, ਪੈਦਾ ਹੋਇਆ, ਬਣਿਆ, ਆਕਾਰ ਇਹ ਦਿਸਣ ਵਾਲਾ ਸੰਸਾਰ। ਅਰਥ ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਸੀ। वेल ना पाया पंडिती जे होवे लेख पुराण, वक्त ना पायो का दिया जे लिखन लेख कुरान। पद अर्थ वेला यानी समा, वेला। पाया मतलब पाई, लभी, प्राप्त हुई। वेल न पाया समा ना लभ्या, समा ना मिलिया। नोट, वेला पुलिंग है ते वेल स्त्रीलिंग। पंडिती यानी पंडितां ने, जे नहीं तां होवे हुंदा, ਬਣਿਆ ਹੁੰਦਾ। ਲੇਖਾ यानी मजमून, ਲੇਖ ਪੁਰਾਣ, ਪੁਰਾਣ ਰੂਪੀ ਲੇਖ। ਇਸ ਲੇਖ ਵਾਲਾ ਪੁਰਾਣ ਭਾਵ ਜਿਵੇਂ ਹੋਰ ਕਈ ਪੁਰਾਣ ਬਣੇ ਹੋਏ ਹਨ, ਇਸ ਮਜ਼ਮੂਨ ਦਾ ਵੀ ਇੱਕ ਪੁਰਾਣ ਬਣਿਆ ਹੁੰਦਾ। ਵਕਤ ਯਾਨੀ ਸਮਾਂ, ਜਦੋਂ ਉਸ ਜਗਤ ਬਣਿਆ। ਨਾ ਪਾਇਓ, ਨਾ ਲੱਭਾ, ਨਹੀਂ ਮਿਲਿਆ। ਕਾਦੀਆਂ, ਕਾਜ਼ੀਆਂ ਨੇ, ਕਾਜ਼ੀਆਂ ਨੂੰ। ਇਸ ਨੂੰ ਸਮਝੋ, ਅਰਬੀ ਭਾਸ਼ਾ ਦੇ ਵਿੱਚ ਜ਼ੁਆਦ, ਜ਼ੋਏ ਅਤੇ ਜ਼ੇ ਇਸ ਨੂੰ ਦੱਦਾ ਨਾਲ ਉਚਾਰਨ ਕਰਦੇ ਹਨ। ਲਫ਼ਜ਼ ਕਾਗਜ਼ ਨੂੰ ਕਾਗਦ, ਨਜ਼ਰ ਦਾ ਨਦਰ, ਹਜ਼ੂਰ ਦਾ ਹਦੂਰ ਇਹ ਉਚਾਰਨ ਹੈ। ਇਸੇ ਤਰ੍ਹਾਂ ਕਾਜ਼ੀ ਦਾ ਉਚਾਰਨ ਕਾਦੀ ਹੈ। ਜੇ ਨਹੀਂ ਤਾਂ ਲਿਖਣ ਯਾਨੀ ਕਾਜ਼ੀ ਲਿਖ ਦਿੰਦੇ। ਲੇਖ ਪੁਰਾਣ, ਕੁਰਾਨ ਵਰਗਾ ਲੇਖ ਭਾਵ ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਹੀ ਉਹ ਜਗਤ ਦੇ ਬਣਨ ਦੇ ਸਮੇਂ ਦਾ ਮਜ਼ਮੂਨ ਵੀ ਲਿਖ ਦਿੰਦੇ। ਅਰਥ ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਾ ਲੱਗਾ, ਤਾਂ ਇਸ ਮਜ਼ਮੂਨ ਉੱਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖਬਰ ਨਾ ਲੱਗ ਸਕੀ, ਨਹੀਂ ਤਾਂ ਉਹ ਵੀ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਆਇਤਾਂ ਇਕੱਠੀਆਂ ਕਰਕੇ ਕੁਰਾਨ ਲਿਖਿਆ ਸੀ। थितवार ना जोगी जाने रुतमा होना कोई, जा करता सिरची को साजे आपे जाने सोई। पदर्थ जा करता, ਜਿਹੜਾ ਕਰਤਾ ਸਿਰਛੀ ਕੋ ਜਗਤ ਨੂੰ ਸਾਜੇ ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ ਉਹ ਆਪ ਹੀ। ਅਰਥ ਜਦੋਂ ਜਗਤ ਬਣਿਆ ਸੀ ਤਦੋਂ ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ। किव कर आखा किव सलाही, क्यों वरनी किव जाना, नानक आखन सबको आखे एक दू एक सियाना। पदर्थ किव कर, क्यों कर, किस तरह, आखा मैं कहाँ, मैं आखा मैं बयान करा, मैं कह सका। सालाही मैं सलाहा, मैं अकाल पुरख दी वडियाई करा। क्यों, क्यों कर, किस तरह। वरनी मैं वर्णन करा, सबको हर एक जीव। आखण आखे, आखण ਨੂੰ ਤਾਂ ਆਖਦਾ ਹੈ, ਆਖਣ ਦਾ ਯਤਨ ਕਰਦਾ ਹੈ। ਇੱਕ ਦੂ ਇੱਕ ਸਿਆਣਾ, ਇੱਕ ਦੂਜੇ ਤੋਂ ਸਿਆਣਾ ਬਣ ਕੇ, ਇੱਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਦੂ ਮਤਲਬ ਤੂੰ। ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ।
हे ਨਾਨਕ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ, ਪਰ ਦੱਸ ਨਹੀਂ ਸਕਦਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਅੱਗੇ ਰਿਹਾ ਨਾ ਸੋ ਹੈ। पद अर्थ साहिब यानी मालक, अकाल पुरख, नाई मतलब वडियाई, जाका जिस अकाल पुरख दा, कीता जाका होवे जिस हरी दा सब कुछ कीता होया हुंदा है। जेको जे कोई मनुख आपो आपो अपने आप तो अपनी अकल दे बल तो ना सो है, शोभदा नहीं, आदर नहीं पाउंदा। अगे गया अकाल पुरख दे दर ते जाके। ਅਰਥ ਅਕਾਲ ਪੁਰਖ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸ ਦਾ ਕੀਤਾ ਹੀ ਹੋ ਰਿਹਾ ਹੈ। ਇਹ ਨਾਨਕ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ, ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ। ਭਾਵ ਜਿਸ ਮਨੁੱਖ ਨੇ ਨਾਮ ਵਿੱਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦੀ ਆਤਮਾ ਸ਼ੁੱਧ ਪਵਿੱਤਰ ਹੋ ਜਾਂਦੀ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ। ਬੰਦਗੀ ਕਰਕੇ ਇਹ ਸੰਭਵ ਨਹੀਂ ਹੈ, ਜਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਮਨੁੱਖ ਦੱਸ ਸਕੇ ਕਿ ਜਗਤ ਕਦੋਂ ਬਣੇ। ਨਾ ਪੰਡਤ, ਨਾ ਕਾਜ਼ੀ, ਨਾ ਜੋਗੀ, ਕੋਈ ਵੀ ਇਹ ਭੇਤ ਨਹੀਂ ਪਾ ਸਕਿਆ। ਪਰਮਾਤਮਾ ਬੇਅੰਤ ਵੱਡਾ ਹੈ, ਉਸ ਦੀ ਵਡਿਆਈ ਵੀ ਬੇਅੰਤ ਹੈ, ਉਸ ਦੀ ਰਚਨਾ ਵੀ ਬੇਅੰਤ ਹੈ। ਤੁਕ ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੈ ਵਿਚਾਰ। ਵਿੱਚ ਗੁਰੂ ਸਾਹਿਬ ਨੇ ਖੁਦ ਨੂੰ ਨੀਚ ਕਿਉਂ ਕਿਹਾ ਹੈ? ਸਤਿਗੁਰੂ ਜੀ ਆਪਣੇ ਆਪ ਨੂੰ ਨੀਚ ਆਖਦੇ ਹਨ। ਇਹ ਗੁਰੂ ਨਾਨਕ ਸਾਹਿਬ ਜੀ ਦਾ ਗਰੀਬੀ ਭਾਵ ਹੈ। ਜਿਵੇਂ ਕਿ ਆਪਾਂ ਦੇਖਿਆ ਕਿ 18ਵੀਂ ਪੌੜੀ ਵਿੱਚ ਗੁਰੂ ਮਹਾਰਾਜ ਉਹਨਾਂ ਲੋਕਾਂ ਦਾ ਵਰਣਨ ਕਰ ਰਹੇ ਹਨ ਜੋ ਕੁਕਰਮਾਂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਸੰਸਾਰ ਕੁਕਰਮੀ ਕਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਵੀ ਪਰਮਾਤਮਾ ਦੇ ਹੁਕਮ ਅਨੁਸਾਰ ਹਨ। ਇਸ ਬਾਬਤ ਡਾਕਟਰ ਤਾਰਨ ਸਿੰਘ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਨਾਨਕ ਨੀਚ ਕਹੈ ਵਿਚਾਰ ਵਿੱਚ ਖੁਦ ਨੂੰ ਨੀਚ ਕਹਿ ਕੇ ਕਹਿਣਾ ਚਾਹੁੰਦੇ ਹਨ ਕਿ ਮੈਂ ਇੱਕ ਮਾਮੂਲੀ ਜੀਵ ਹਾਂ, ਕੁਝ ਕੰਮਾਂ ਨੂੰ ਮੈਂ ਬੁਰਾਈ ਕਹਿ ਦਿੱਤਾ ਹੈ, ਪਰ ਇਹ ਵੀ ਉਸ ਦੇ ਹੁਕਮ ਵਿੱਚ ਹੀ ਹਨ, ਉਸ ਦੀ ਰਜ਼ਾ ਵਿੱਚ ਹੀ ਹਨ। ਮੇਰਾ ਵਿਸ਼ਵਾਸ ਹੈ ਕਿ ਇਹ ਸਭ ਕੁਝ ਹੈ ਭਲੀ ਕਾਰ। ਪ੍ਰੋਫੈਸਰ ਸਾਹਿਬ ਸਿੰਘ ਇਸ ਤਰ੍ਹਾਂ ਦੇ ਹੋਰ ਵੀ ਉਦਾਹਰਣ ਦਿੰਦੇ ਹਨ ਜਿੱਥੇ ਗੁਰੂ ਸਾਹਿਬ ਨੇ ਖੁਦ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। मैं कीता ना जाता हराम खोर, हो क्या मुँह देसा दुष्ट चोर, नानक नीच कहे विचार, तानक रूप रहा करता। जुग जुग साचा है भी होसी, कौन न मुआ कौन न मरसी, नानक नीच कहे बेनंती, दर देखो लिवलाई, कथनी करो न आवे ओह, गुर पूछ देखिया नाही दर हो, दुख सुख पाने तिसे रजाए, ਨਾਨਕ ਨੀਚ ਕਹੈ ਲਿਵ ਲਾਏ। ਇਹ ਸਾਡੇ ਲਈ ਵੀ ਉਪਦੇਸ਼ ਹੈ। ਗੁਰੂ ਜੀ ਸਾਡੇ ਅੰਦਰ ਦੀ ਉਸ ਬਿਰਤੀ ਨੂੰ ਸੰਬੋਧਿਤ ਕਰ ਰਹੇ ਹਨ ਜਿਸ ਦੇ ਵਸ ਪੈ ਕੇ ਅਸੀਂ ਭਗਤੀ ਦਾ, ਗੁਣਾਂ ਦਾ, ਸ਼ਕਤੀਆਂ ਦਾ ਅਤੇ ਪ੍ਰਾਪਤੀਆਂ ਦਾ ਮਾਣ ਕਰਦੇ ਫਿਰਦੇ ਹਾਂ। ਵਿਨਮਰਤਾ ਗਵਾ ਬੈਠੇ ਹਾਂ, ਖੁਦ ਨੂੰ ਉੱਚਾ ਮੰਨੀ ਬੈਠੇ ਹਾਂ, ਹਉਮੈ ਗਰਭ ਦੇ ਸ਼ਿਕਾਰ ਹਾਂ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਵਿੱਚ ਕੁਦਰਤ ਤੱਤੇ ਨੂੰ ਸਿਹਾਰੀ ਲਾ ਕੇ ਇਸ ਦੇ ਅਰਥ ਕੀਤੇ ਹਨ ਸਮਰੱਥਾ। ਨੇਚਰ ਕਿਉਂ ਨਹੀਂ? ਪ੍ਰੋਫੈਸਰ ਸਾਹਿਬ ਸਿੰਘ ਨੇ 3 ਪ੍ਰਮਾਣ ਦੇ ਕੇ ਇਸ ਦੇ ਅਰਥ ਸਾਬਿਤ ਕੀਤੇ ਹਨ। ਪਹਿਲਾ ਵਿਆਕਰਣ ਰਾਹੀਂ, ਦੂਜਾ ਗੁਰਬਾਣੀ ਦੇ ਉਦਾਹਰਣ ਦੇ ਕੇ ਅਤੇ ਤੀਜਾ ਸੰਦਰਭ ਦੇ ਹਵਾਲੇ ਨਾਲ। ਵਿਆਕਰਣ ਮੁਤਾਬਕ ਕੁਦਰਤ ਕਵਣ, ਇੱਥੇ ਕਵਣ ਕੁਦਰਤ ਦਾ ਵਿਸ਼ੇਸ਼ਣ ਹੈ। ਕੁਦਰਤ ਇਸਤਰੀ ਲਿੰਗ ਹੈ, ਇਸ ਲਈ ਕਵਣ ਵੀ ਇਸਤਰੀ ਲਿੰਗ ਹੈ। ਕਵਣ ਦਾ ਪੁਲਿੰਗ ਬਣੇਗਾ ਕਵਣ, ਰਾਣੇ ਹੇਠਾਂ ਓਂਕਾਰ। ਜੇ ਇਸ ਤਰ੍ਹਾਂ ਹੁੰਦਾ ਤਾਂ ਇਹ ਲਫ਼ਜ਼ ਵਿਚਾਰ, ਯਾਨੀ ਜਿੱਥੇ ਵਿਚਾਰ ਦੇ ਵਿੱਚ ਰਦੇ ਹੇਠਾਂ ਓਂਕਾਰ ਹੈ, ਪੁਲਿੰਗ ਦਾ ਵਿਸ਼ੇਸ਼ਣ ਹੋਣਾ ਸੀ, ਜੋ ਨਹੀਂ ਹੈ। ਸੋ ਸ਼ਬਦ ਕਵਣ ਮਤਲਬ ਰਣਾ ਮੁਕਤਾ, ਕੁਦਰਤ ਜਿੱਥੇ ਤੱਤਾ ਸਿਆਰੀ ਹੈ ਦਾ ਵਿਸ਼ੇਸ਼ਣ ਹੈ। ਬਾਣੀ ਵਿੱਚ ਸ਼ਬਦ ਕਵਣ, ਸੋ ਇੱਥੇ ਸ਼ਬਦ ਕਵਣ ਕੁਦਰਤ ਦਾ ਵਿਸ਼ੇਸ਼ਣ ਹੈ। ਬਾਣੀ ਵਿੱਚ ਸ਼ਬਦ ਕਵਣ ਦੇ ਪੁਲਿੰਗ ਅਤੇ ਕਵਣ ਰਾਣੇ ਹੇਠਾਂ ਓਂਕੜ ਦੇ ਇਸਤਰੀ ਲਿੰਗ ਰੂਪ ਨੂੰ ਸਮਝਣ ਲਈ ਦੇਖਦੇ ਹਾਂ ਪੌੜੀ ਨੰਬਰ 21 ਦੀ ਇਹ ਤੁਕ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ,
ਕਵਣ ਸਿਰੁੱਤੀ ਮਹ ਕਵਣ ਜਿਤ ਹੋਵਾ ਆਕਾਰ। ਖੈਰ, ਕੁਦਰਤ ਤੱਤੇ ਨਾਲ ਸਿਆਰੀ ਨੂੰ ਸਮਰਥਾ, ਸ਼ਕਤੀ, ਤਾਕਤ ਦੇ ਅਰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਥਾਈਂ ਵੀ ਵਰਤਿਆ ਗਿਆ ਹੈ, ਜਿਵੇਂ ਜੇਤੂ ਮੀਰ ਮਹਾਪਤ ਸਾਹਿਬ ਕੁਦਰਤ ਕੌਣ ਹਮਾਰੀ, ਚਾਰੇ ਕੁੰਟ ਸਲਾਮ ਕਰਹਿੰਗੇ ਘਰ ਕਰ ਸਿਫਤ ਤੁਮਾਰ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਇਸੇ ਤਰ੍ਹਾਂ ਪੌੜੀ ਨੰਬਰ 16, 17 ਅਤੇ 19 ਸਾਰਿਆਂ ਵਿੱਚ ਇੱਕ ਤੁਕ ਆਈ ਹੈ, ਕੁਦਰਤ ਕਵਣ ਕਹਾ ਵਿਚਾਰ। ਪਰ 18ਵੀਂ ਪੌੜੀ ਵਿੱਚ ਇਸ ਤੁਕ ਦੀ ਥਾਂ ਤੇ ਗੁਰੂ ਸਾਹਿਬ ਨੇ ਨਾਨਕ ਨੀਚ ਕਹੇ ਵਿਚਾਰ ਤੁਕ ਵਰਤੀ ਹੈ। ਇਹਨਾਂ ਦੋਹਾਂ ਨੂੰ ਆਮੋ ਸਾਹਮਣੇ ਰੱਖ ਕੇ ਵਿਚਾਰੀਏ ਤਾਂ ਵੀ ਇਹੀ ਅਰਥ ਨਿਕਲਦਾ ਹੈ ਕਿ ਮੇਰੀ ਕੀ ਤਾਕਤ ਹੈ, ਮੈਂ ਵਿਚਾਰਾ ਨਾਨਕ ਕੀ ਵਿਚਾਰ ਕਰ ਸਕਦਾ ਹਾਂ। ਸੋ ਲਫ਼ਜ਼ ਕੁਦਰਤ ਤੱਤੇ ਨਾਲ ਸਿਆਰੀ ਦੇ ਅਰਥ ਸਮਰਥਾ, ਸ਼ਕਤੀ, ਤਾਕਤ ਹੀ ਠੀਕ ਹੈ। 21ਵੀਂ ਪੌੜੀ ਵਿੱਚ ਤੁਕ ਹੈ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਇਸ ਤੁਕ ਦੇ ਗਲਤ ਅਰਥ ਵੀ ਕੀਤੇ ਜਾਂਦੇ ਹਨ। ਕਈ ਕਾਦੀਆਨੀ ਮੁਸਲਮਾਨ ਇਸ ਦਾ ਇਸਤੇਮਾਲ ਆਪਣੇ ਫਿਰਕੇ ਦੇ ਪ੍ਰਚਾਰ ਲਈ ਕਰਦੇ ਹਨ ਕਿ ਦੇਖੋ ਜੀ, ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ ਕਿ ਨਗਰ ਕਾਦੀਆਂ ਵਿੱਚ ਪ੍ਰਗਟ ਹੋਣ ਵਾਲੇ ਪੈਗੰਬਰ ਨੂੰ ਤੁਸਾਂ ਵਕਤ ਨਾ ਪਾਉਣਾ। ਇਹ ਅਰਥ ਗਲਤ ਹਨ, ਪਰ ਕਿਵੇਂ, ਜ਼ਰਾ ਸਪਸ਼ਟ ਕਰੋ। ਜੀ ਹਾਂ, ਇਸ ਪੌੜੀ ਵਿੱਚ ਵਰਤੇ ਗਏ ਲਫ਼ਜ਼ ਵਕਤ, ਪਾਇਓ ਅਤੇ ਕਾਦੀਆ ਦੇ ਅਰਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਪੌੜੀ ਦੇ ਅਰਥ ਕਰਨ ਲੱਗਿਆਂ ਸਮਝ ਚੁੱਕੇ ਹਾਂ ਕਿ ਅਰਬੀ ਦੇ ਵਿੱਚ ਅੱਖਰ ਜ਼ਵਾਦ, ਜੋਏ ਅਤੇ ਜ਼ੇ ਦਾ ਉਚਾਰਨ ਦੱਦਾ ਨਾਲ ਹੁੰਦਾ ਹੈ। ਲਫ਼ਜ਼ ਕਾਗਜ਼ ਨੂੰ ਕਾਗਦ ਬੋਲਦੇ ਹਾਂ, ਨਜ਼ਰ ਨੂੰ ਨਜ਼ਰ, ਹਜ਼ੂਰ ਨੂੰ ਹਦੂਰ। ਇਸ ਤਰ੍ਹਾਂ ਹੀ ਕਾਜ਼ੀ ਦਾ ਉਚਾਰਨ ਵੀ ਕਾਦੀ ਹੈ। ਇਸ ਤਰ੍ਹਾਂ ਕਾਦੀਆ ਦਾ ਅਰਥ ਕਾਜ਼ੀਆ ਹੈ। ਵਕਤ ਤੋਂ ਬਣਿਆ ਹੈ ਵਕਤ, ਜਿਸ ਦਾ ਅਰਥ ਵਕਤ ਯਾਨੀ ਸਮਾਂ ਹੈ, ਹੋਰ ਕੋਈ ਨਹੀਂ। ਜਿਵੇਂ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤ ਹੋਏ, ਇਕਨਾ ਵਕਤ ਖੁਆਈਏ ਇਕਨਾ ਪੂਜਾ ਜਾਏ। ਲਫ਼ਜ਼ ਪਾਇਓ ਦਾ ਅਰਥ ਹੈ ਲੱਭਾ, ਮਿਲਿਆ। ਨਾ ਪਾਇਓ ਨਹੀਂ ਮਿਲਿਆ। ਇਹ ਪਾਇਓ ਬੀਤੇ ਹੋਏ ਸਮੇਂ ਦੀ ਗੱਲ ਹੈ, ਭੂਤਕਾਲ ਦੀ, ਨਾ ਕਿ ਹੁਕਮੀ ਭਵਿੱਖਤ ਕਾਲ ਦੀ, ਜਿਵੇਂ ਕਿ ਕਾਦੀਆਨੀ ਲੋਕ ਆਖਦੇ ਹਨ। ਇੱਥੇ ਪਾਇਓ ਲਫ਼ਜ਼ ਭੂਤਕਾਲ ਵਿੱਚ ਹੈ, ਜਿਵੇਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਜੇ ਭਵਿੱਖ ਦੀ ਗੱਲ ਕੀਤੀ ਜਾਂਦੀ ਤਾਂ ਪਾਇਓ ਦਾ ਹੁਕਮੀ ਭਵਿੱਖਤ ਪਾਇਓ ਹੋਣਾ ਸੀ, ਜਿਵੇਂ ਕਿ ਸਦਿਓ, ਕਰਿਓ। ਸੋ ਵਕਤ ਨਾ ਪਾਇਓ ਕਾਦੀਆ ਦੇ ਸਹੀ ਅਰਥ ਹਨ, ਕਾਜ਼ੀਆਂ ਨੂੰ ਵੀ ਸਮਾਂ ਨਹੀਂ ਮਿਲਿਆ, ਉਹਨਾਂ ਨੂੰ ਵੀ ਸਮੇਂ ਸਿਰ ਸਮਝ ਨਹੀਂ ਮਿਲੀ। ਇਸੇ ਨਾਲ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹਿ ਦਿਲੋਂ ਆਪ ਸਭ ਦਾ ਧੰਨਵਾਦ। ਤੁਸੀਂ ਬੜੇ ਹੀ ਧਿਆਨ ਨਾਲ ਸੁਣਿਆ, ਦੇਖਿਆ। ਵਾਹਿਗੁਰੂ ਬਖਸ਼ਿਸ਼ਾਂ ਕਰੇ, ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਵੀਡੀਓ? ਆਪਣੇ ਵਿਚਾਰ, ਸੁਝਾਅ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।